एनसीपीसी के जनरल सकत्तर गुरचरण सिंह गरेवाल जी जुड़े हुए हैं। सर बहुत बहुत स्वागत है तुहाडा न्यूज़ 18 पंजाब ते। इंडियन एंबैसडर नूं यूके का एक गुरुद्वारा है ग्लासगो का, उत्थे अंदर जाने की इजाजत नहीं दी गई, उन्हां दा विरोध किया गया, उन्हां नूं विरोध तो बाद वापस परतना पिया। तो सर इस खबर नूं तुसीं किवें वेखदे हो, इस घटना नूं तुहाडे नोटिस है? अगर देखो जी मेरे नोटिस नहीं है, मैं तो तुहाडे कोलों ये गल जी सुन रहा, पर एक गल देखो बुनियादी तौर पे ਜਿਹੜਾ ਗੁਰਦੁਆਰਾ ਵਾ ਗੁਰੂ ਦਾ ਘਰ ਹੈ, ਇਹ ਹਰ ਜਾਤ ਲਈ ਤੇ ਹਰ ਵਰਗ ਲਈ ਤੇ ਹਰ ਵਰਨ ਵਾਸਤੇ ਸਾਂਝਾ ਵੀ ਆ ਤੇ ਖੁੱਲਾ ਵੀ ਆ। ਠੀਕ ਹੈ ਜੀ। ਤੋਂ ਕਿਸੇ ਨੂੰ ਗੁਰਦੁਆਰੇ ਤੋਂ ਮੱਥਾ ਟੇਕਣ ਲਈ ਰੋਕਣਾ, ਜੇ ਉਹ ਇਹ ਭਾਵਨਾ ਲੈ ਕੇ ਆਇਆ ਹੋਵੇ ਕਿ ਮੈਂ ਗੁਰੂ ਘਰ ਮੱਥਾ ਟੇਕਣਾ, ਇਹ ਤਾਂ ਹੈਗਾ ਬੁਨਿਆਦੀ ਮਰਜ਼ਾਦਾ। ਦੂਸਰੇ ਪਾਸੇ ਜੋ ਇੰਗਲੈਂਡ ਦੇ ਵਿੱਚ हाँ इस टाइम चल रहा है, तुसीं देखो कि मेरे तो पहला भाई साहब बोल रहे थे, मैनूं नहीं पता कौन सी जी, जिक्र कर रहे थे कि विरोध की गल आ उत्थे आ रहे ने जां हो रहा है, जानकारी दे रहे थे। तुसीं ये देखो कि अज की गल नहीं है, बड़े दिन पहला G20 ते जदों मिस्टर सुनिक जिहड़े प्राइम मिनिस्टर आ रहे आउंदे आ देश के अंदर अपने इंडिया च, ਤਾਂ ਉਹਨਾਂ ਦੀ ਪ੍ਰਾਇਓਰਟੀ ਹੁੰਦੀ ਹੈ ਕਿ ਜਿਹੜੇ ਉਹਨਾਂ ਦੇ 80 ਜਿਹੜੇ ਮੈਂਬਰ ਪਾਰਲੀਮੈਂਟ ਆ ਉਹਨਾਂ ਵੱਲੋਂ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਦੇਸ਼ ਵਿੱਚ ਜਾ ਕੇ ਜਿਹੜੇ ਸਾਡੇ ਜੱਗੀ ਜੌਹਲ ਦੀ ਜਿਹੜੇ ਨਜਾਇਜ਼ ਗ੍ਰਿਫਤਾਰੀ ਬਾਰੇ ਗੱਲ ਕਰੋ। ਤੇ ਇਹ ਗੱਲ ਇਹ ਨਹੀਂ ਹੈਗੀ ਕਿ ਹੁੰਦੀ ਆ, ਉੱਥੋਂ ਦੇ ਇਕੱਲੇ ਸਿੱਖ ਹੀ ਨਹੀਂ, ਉੱਥੋਂ ਦੇ ਜਿੰਨੇ ਐਮਪੀਜ਼ ਆ ਉਹ 80 ਦੇ 80 ਐਮਪੀਜ਼ ਦਾ ਮਤਲਬ ਅੰਗਰੇਜ਼ ਜਾਂ ਗੋਰੇ ਨਹੀਂ ਹੋ ਸਕਦੇ। तो उन्होंने सारिਆਂ ने ये गल की आ। सो ये जिहड़ा रिश्ता दे विच कई तरह की जिहड़ी एक सवाल जिहड़े आ पिछले काफी दिनों तो ये चल रहे। गरेवाल जी इस किस्म का वतीरा की जायज है कि गुरुद्वारा साहिब दे अंदर नतमस्तक ना होण दिता जाए? तुसी इस गल नूं इन्ना वजन दे रहे हो, मेरी कही हुई गल जिहड़ी बेस है इस गल दी ਉਹਦੇ ਤੇ ਤੁਸੀਂ जवाब नहीं दोगे, क्योंकि मैं दूजी गल कहना कि गुरुद्वारा साहिब आ, गुरुद्वारे दे प्रबंध ने, गुरुद्वारे ਦੇ ਵਿੱਚ ਇੱਕ ਇਹ ਵੀ ਪੱਖ ਹੋ ਸਕਦਾ ਕਿਉਂਕਿ ਮੈਂ ਉਹਨਾਂ ਦਾ ਨੁਮਾਇੰਦਾ ਨਹੀਂ ਹੈਗਾ ਜਾਂ ਮੈਨੂੰ ਕੋਈ ਮੈਂ ਉੱਥੇ ਹਾਜ਼ਰ ਨਹੀਂ ਹੈਗਾ ਜਾਂ ਮੇਰੀ ਉੱਥੇ ਕਿਸੇ ਨਾਲ ਗੱਲ ਨਹੀਂ ਹੋਈ, ਮੈਂ ਤਾਂ ਸੰਭਾਵਨਾ ਹੀ ਦੱਸ ਸਕਦਾ ਨਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਜਿਵੇਂ ਪਹਿਲਾਂ ਵੀ ਇੱਕ ਮਸਲਾ ਬਣਿਆ ਕਿ ਇੱਕ ਭਾਰਤ ਦੇ ਰਾਜਦੂਤ ਜਾਂ ਕੁੱਟ-ਕਟਾਪਾ ਹੋਇਆ ਜਿਹੜਾ ਕਿ ਬੜਾ ਮਾੜਾ ਹੋਇਆ, ਅਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੈਗੇ, ਪਰ ਕੀ ਆ ਵੀ ਗੁਰਦੁਆਰੇ ਦੇ ਅੰਦਰ ਕਿਸੇ ਤਰ੍ਹਾਂ ਦਾ ਵਿਵਾਦ ਤਾਂ ਨਹੀਂ ਸੀ ਪੈਦਾ ਹੁੰਦਾ ਉਹਨਾਂ ਦੇ ਆਉਣ ਕਰਕੇ ਜੀ। ਉਹਨਾਂ ਦਾ ਜੇ ਉਹਨਾਂ ਨੇ ਕੋਈ ਮੀਟਿੰਗ ਕਰਨੀ ਸੀ ਪ੍ਰਬੰਧਕਾਂ ਨਾਲ ਕਿਤੇ ਹੋਰ ਵੀ ਕਰ ਸਕਦੇ ਸੀ। ਕਾਰਨ ਕੀ ਆ ਵੀ ਇਹਨਾਂ ਦਿਨਾਂ ਦੇ ਵਿੱਚ ਇਹ ਇੱਕ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਤੇ ਸ਼ਰਾਰਤ ਵੀ ਬਣਾਈ ਜਾ ਰਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਸਿੱਖਾਂ ਦੇ ਨਾਲ ਜਾਂ ਪ੍ਰਬੰਧਕਾਂ ਦੇ ਨਾਲ ਇੱਕ ਟਕਰਾਅ ਦੀ ਨੀਤੀ ਬਣਾਈ ਜਾਵੇ, ਜਦੋਂ ਕਿ ਇਹ ਗੱਲ ਮਾੜੀ ਆ। ਹਾਂ ਅਸੀਂ ਇਸ ਗੱਲ ਲਈ ਪੂਰਨ ਤੌਰ ਤੇ ਸਹਿਮਤ ਹਾਂ ਕਿ ਜਿਹੜੀ ਗੱਲਬਾਤ ਹੈ, ਸੰਵਾਦ ਹੈ, ਉਹ ਚੱਲਦਾ ਰਹਿਣਾ ਚਾਹੀਦਾ, ਭਾਵੇਂ ਕੋਈ ਵੀ ਮਸਲਾ ਵਾ ਉਸ ਮਸਲੇ ਦੇ ਹੱਲ ਲਈ ਗੱਲਬਾਤ ਕਰਨ ਲਈ ਰਸਤੇ ਸਾਡੇ ਖੁੱਲੇ ਰੱਖਣੇ ਚਾਹੀਦੇ ਆ। ਪਰ ਜੇ ਪ੍ਰਬੰਧਕਾਂ ਨੇ ਇਸ ਕਰਕੇ ਉਹਨਾਂ ਨੂੰ ਅੰਦਰ ਆਉਣ ਤੋਂ ਰੋਕਿਆ ਕਿ ਅੰਦਰ ਆ ਕੇ ਕਿਸੇ ਤਰ੍ਹਾਂ ਦੀ ਕੋਈ ਹਾਲਾਤ ਬੇਕਾਬੂ ਨਾ ਹੋਣ, ਕੋਈ ਸਿੱਖ ਜਿਹੜਾ ਜਿਹਦੇ ਮਨ ਦੇ ਤਰ੍ਹਾਂ ਕਿਸ ਤਰ੍ਹਾਂ ਦੀ ਭਾਵਨਾ ਪੈਦਾ ਹੋਵੇ ਜਾਂ ਕੋਈ ਇਹ ਵੀ ਮੰਨਿਆ ਜਾਂਦਾ ਕੋਈ ਸ਼ਰਾਰਤੀ ਬੰਦਾ ਗੁਰਦੁਆਰੇ ਦੇ ਅੰਦਰ ਸ਼ਰਾਰਤ ਹੀ ਕਰੇ ਜਿਹਦੇ ਨਾਲ ਸਿੱਖਾਂ ਦੀ ਬਦਨਾਮੀ ਹੋਵੇ, ਇਹ ਕਾਰਨ ਵੀ ਹੋ ਸਕਦਾ। ਸੋ ਸਾਰੇ ਪੱਖ ਸਾਨੂੰ ਬਚਣੇ ਚਾਹੀਦੇ। ਅਸੀਂ गरेवाल जी इस जो घटना की तुसीं निंदा करदे हो? देखो मैं क्या वा भी ਜਿਹੜੀ ਬੁਨਿਆਦੀ ਮਰਜ਼ਾਦਾ ਵਾ ਵੀ ਜੇ ਕੋਈ ਮੱਥਾ ਟੇਕਣ ਵਾਸਤੇ ਆ ਰਿਹਾ ਜੀ, ਜੇ ਕੋਈ ਮੱਥਾ ਟੇਕਣ ਵਾਸਤੇ ਆ ਰਿਹਾ ਤਾਂ ਉਸ ਨੂੰ ਰੋਕਣਾ ਨਹੀਂ ਚਾਹੀਦਾ। ਪਰ ਜੇ ਇੰਦਰਾ ਗਾਂਧੀ ਵਾਂਗੂ ਟੈਂਕ ਤੋਪ ਲੈ ਕੇ ਚੜ ਕੇ ਆਵੇ ਤਾਂ ਢਾਉਣ ਵਾਸਤੇ ਆਵੇ ਤੇ ਉਹਨੂੰ ਫਿਰ ਐਡਾ ਸਨਮਾਨ ਵੀ ਨਹੀਂ ਮਿਲਣਾ ਚਾਹੀਦਾ। ਸੋ ਮੇਰੀ ਬੁਨਿਆਦੀ ਗੱਲ ਆ, ਮੈਂ ਕਿਉਂਕਿ ਮੈਨੂੰ ਉੱਥੋਂ ਦੀ ਘਟਨਾ ਬਾਰੇ ਤੁਹਾਡੇ ਤੋਂ ਜਾਣਕਾਰੀ ਮਿਲੀ ਆ, ਮੈਂ ਇਹ ਚਾਹੂੰਗਾ ਕਿ ਜਿਹੜੇ ਸਿੱਖ ਨੇ ਉਹ ਇਸ ਤਰ੍ਹਾਂ ਦਾ ਕੋਈ ਜੇ ਕੋਈ ਮੱਥਾ ਟੇਕਣ ਆਉਂਦਾ ਤਾਂ ਉਹਨੂੰ ਨਾ ਰੋਕਣ। ਦੂਸਰਾ ਅਸੀਂ ਇੰਡੀਅਨ ਅਫੀਸਰ ਨੂੰ ਵੀ ਇਹ ਕਹਿੰਦੇ ਆ ਕਿ ਵਿਵਾਦ ਨਾ ਪੈਦਾ ਕਰੋ, ਵਿਵਾਦ ਦਾ ਵਾਧਾ ਨਾ ਕਰੋ, ਕਿਉਂਕਿ ਇਸ ਵਿਵਾਦ ਦੇ ਨਾਲ ਸਾਡੇ ਦੇਸ਼ ਦੀ ਜਿਹੜੀ ਆ ਛਵੀ ਉਹ ਵੀ ਖਰਾਬ ਹੁੰਦੀ ਆ। ਸੋ ਗੱਲਬਾਤ ਦਾ ਦੌਰ ਜ਼ਰੂਰ ਚਲਾਉਣਾ ਚਾਹੀਦਾ। ਸਿੱਖਾਂ ਨੂੰ ਵੀ ਅਸੀਂ ਕਹਿੰਦੇ ਆ, ਉੱਥੋਂ ਦੇ ਆਗੂਆਂ ਨੂੰ, ਗੁਰਦੁਆਰਾ ਕਮੇਟੀਆਂ ਨੂੰ ਵੀ ਗੱਲਬਾਤ ਦਾ ਦੌਰ ਜਾਰੀ ਰੱਖੋ। ਆਪਣੀ ਤੁਹਾਡੀ ਮੰਗ ਆ, ਹੁਣ ਜਿਵੇਂ ਤੁਸੀਂ ਕਿਹਨਾਂ ਇੰਗਲੈਂਡ ਦੇ 80 ਜਣੇ ਐਮਪੀਜ਼ ਆ, ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ, ਤੁਹਾਡੀ ਰਿਕਾਰਡ ਵਿੱਚ ਵੀ ਹੋਏਗਾ ਕਿ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਸੀ ਕਿਹਨਾਂ ਪ੍ਰਾਈਮ ਮਿਨਿਸਟਰ ਦੇ ਦੁਆਰਾ। ਉਹ ਵੀ ਇੱਕ ਮੁੱਦਾ ਵਾ ਇੰਗਲੈਂਡ ਦੇ ਅੰਦਰ, ਉਸ ਦਾ ਵੀ ਸੁਲਝਾਉਣਾ ਕਰਨਾ ਚਾਹੀਦਾ। ਪਰ ਅੱਜ ਤੱਕ ਹਿੰਦੁਸਤਾਨ ਸਰਕਾਰ ਨੇ ਉਹਨਾਂ ਨੂੰ ਜਵਾਬ ਹੀ ਨਹੀਂ ਦਿੱਤਾ। ਸੋ ਇਹ ਕਈ ਗੱਲਾਂ ਨੇ ਜਿਹੜੀਆਂ ਸਾਡੇ ਵਿੱਚ ਦੂਰੀ ਤੇ ਖਟਾਸ ਪੈਦਾ ਕਰਦੀਆਂ ਨੇ। ਪਰ ਫਿਰ ਵੀ ਅਸੀਂ ਸਿੱਖਾਂ ਨੂੰ ਇਹ ਕਹਾਂਗੇ
ਜੇ ਕੋਈ ਮੱਥਾ ਟੇਕਣ ਆਉਂਦਾ ਤੇ ਉਹਨੂੰ ਮੱਥਾ ਟੇਕਣ ਦੀ ਇਜਾਜ਼ਤ ਦੇਣੀ ਚਾਹੀਦੀ ਆ, ਤੇ ਜਿਹੜਾ ਤਾਂ ਕਿ ਇਸ ਤਰ੍ਹਾਂ ਦੀ ਖਬਰ ਨਾ ਜਾਵੇ ਕਿ ਅਸੀਂ ਕਿਸੇ ਨੂੰ ਮੱਥਾ ਟੇਕਣ ਤੋਂ ਰੋਕਦੇ ਹਾਂ। ਉੱਥੋਂ ਦੇ ਹਾਲਾਤ ਕੀ ਸਨ, ਕੀ ਉਹਦੇ ਆਉਣ ਨਾਲ ਕੋਈ ਅੰਦਰ ਰੌਲਾ ਪੈ ਸਕਦਾ ਸੀ, ਕੋਈ ਸ਼ਰਾਰਤ ਹੋ ਸਕਦੀ ਸੀ, ਉਸ ਗੱਲ ਦੇ ਬਚਾਅ ਲਈ ਜੇ ਉਹਨਾਂ ਨੇ ਕੀਤਾ ਵਾ ਤਾਂ ਮੈਨੂੰ ਲੱਗਦਾ ਉਹਨਾਂ ਨੇ ਹਾਲਾਤਾਂ ਦੇ ਮੁਤਾਬਕ ਜੋ ਫੈਸਲਾ ਲਿਆ ਹੋਏਗਾ ਉਹ ਸਮਝ ਸਕਦੇ। ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਚਰਨ ਸਿੰਘ ਗਰੇਵਾਲ ਜੀ, ਸਾਡੇ ਨਾਲ SGPC ਦੇ ਜਨਰਲ ਸਕੱਤਰ ਜੁੜੇ ਹੋਏ ਸੀਗੇ ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਤਸਵੀਰਾਂ ਨੇ ਯੂਕੇ ਦੇ ਗਲਾਸਕੋ ਦੇ ਗੁਰਦੁਆਰਾ ਸਾਹਿਬ ਦੀਆਂ, ਜਿੱਥੇ ਕਿ ਭਾਰਤ ਦੇ ਰਾਜਦੂਤ ਉੱਥੇ ਪਹੁੰਚਦੇ ਨੇ, ਪਰ ਉਹਨਾਂ ਦਾ ਵਿਰੋਧ ਕੁਝ ਨੌਜਵਾਨਾਂ ਦੇ ਵੱਲੋਂ ਕੀਤਾ ਜਾਂਦਾ ਹੈ। ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਨਤਮਸਤਕ ਨਹੀਂ ਹੋਣ ਦਿੱਤਾ ਜਾਂਦਾ। ਜਿਸ ਤਰ੍ਹਾਂ ਕਿ ਜੋ SGPC ਜਨਰਲ ਸਕੱਤਰ ਸਾਡੇ ਨਾਲ ਜੁੜੇ ਸੀਗੇ, ਉਹਨਾਂ ਦਾ ਕਹਿਣਾ ਸੀਗਾ ਕਿ ਜੋ ਕੋਈ ਵੀ ਗੁਰਦੁਆਰਾ ਸਾਹਿਬ ਦੇ ਉੱਥੇ ਪਹੁੰਚਦਾ ਹੈ, ਹਾਲਾਂਕਿ ਉਹਨੂੰ ਨਤਮਸਤਕ ਹੋਣ ਦਿੱਤਾ ਜਾਣਾ ਚਾਹੀਦਾ ਹੈ। ਹਾਲਾਂਕਿ ਜੋ ਕੋਈ ਵੀ ਗੱਲਬਾਤ ਹੁੰਦੀ ਹੈ ਉਹ ਗੱਲਬਾਤ ਜ਼ਰੀਏ ਮਸਲਾ ਜੋ ਹੈ ਸੁਲਝਾਉਣਾ ਚਾਹੀਦਾ ਹੈ। ਤੇ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ, ਯੂਕੇ ਦੀਆਂ ਤਸਵੀਰਾਂ ਨੇ। ਗਲਾਸਕੋ ਦਾ ਗੁਰਦੁਆਰਾ ਸਾਹਿਬ ਵੇਖਿਆ ਜਾ ਸਕਦਾ ਹੈ, ਕਾਲੇ ਰੰਗ ਦੀ ਗੱਡੀ ਵੇਖੀ ਜਾ ਸਕਦੀ ਹੈ। ਇਸੇ ਵਿਚਾਲੇ ਜੋ ਭਾਰਤ ਦੇ ਰਾਜਦੂਤ ਹਨ, ਇੰਡੀਅਨ ਐਂਬੈਸਡਰ ਉੱਥੇ ਪਹੁੰਚਦੇ ਨੇ, ਹਾਲਾਂਕਿ ਕੁਝ ਨੌਜਵਾਨ ਵੇਖੇ ਜਾ ਸਕਦੇ ਨੇ। ਇਸੇ ਵਿਚਾਲੇ ਗਲਾਸਕੋ ਦਾ ਗੁਰਦੁਆਰਾ ਸਾਹਿਬ ਨੇ, ਰਾਜਦੂਤ ਉੱਥੇ ਪਹੁੰਚਦੇ ਨੇ, ਗੁਰਦੁਆਰਾ ਸਾਹਿਬ ਅੰਦਰ ਜਾਣ ਲੱਗਦੇ ਨੇ, ਪਰ ਉਹਨਾਂ ਨੂੰ ਕੁਝ ਨੌਜਵਾਨਾਂ ਦੇ ਵੱਲੋਂ ਰੋਕਿਆ ਜਾਂਦਾ ਹੈ, ਵਿਰੋਧ ਕੀਤਾ ਜਾਂਦਾ ਹੈ। ਇਸ ਦੇ ਵਿਚਾਲੇ ਦੱਸ ਦਈਏ ਕਿ ਉਹਨਾਂ ਨੂੰ ਵਾਪਸ ਪਰਤਣਾ ਪੈਂਦਾ ਹੈ। ਪੰਨੂ ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਤੇ ਭੜਕੇ ਨੇ ਬੀਜੇਪੀ ਆਗੂ ਆਰਪੀ ਸਿੰਘ। ਬੀਜੇਪੀ ਆਗੂ ਆਰਪੀ ਸਿੰਘ ਨੇ ਜਥੇਦਾਰ ਨੂੰ ਸਵਾਲ ਪੁੱਛਿਆ ਹੈ। ਜਥੇਦਾਰ ਸਾਹਿਬ ਨੂੰ ਪੁੱਛਿਆ ਹੈ ਕਿ ਜਥੇਦਾਰ ਸਾਹਿਬ ਪੰਨੂ ਖਿਲਾਫ ਹੁਕਮਨਾਮਾ ਕਦੋਂ ਜਾਰੀ ਕਰੋਗੇ। ਆਰਪੀ ਸਿੰਘ ਪੰਨੂ ਖਾਲਿਸਤਾਨ ਦਾ ਨਾਂ ਸਿੱਖਾਂ ਨਾਲ ਜੋੜ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਹੈ। ਪੰਨੂ ਖਾਲਿਸਤਾਨ ਦੇ ਨਾਂ ਤੇ ਸਮਾਜ ਜ਼ਹਿਰ ਘੋਲ ਰਿਹਾ ਹੈ। 80 ਤੇ 90 ਦੇ ਦਹਾਕਿਆਂ 'ਚ 35,000 ਸਿੱਖਾਂ ਦੀ ਜਾਨਾਂ ਗੁਆ ਚੁੱਕੇ ਹਾਂ। ਪੰਨੂ ਦੀ ਸਨਕ ਕਾਰਨ ਅਸੀਂ ਮੁੜ ਤੋਂ ਦੁੱਖ ਨਹੀਂ ਭੋਗਣਾ ਚਾਹੁੰਦੇ। ਪੰਨੂ ਨੂੰ ਜਲਦ ਤੋਂ ਜਲਦ ਤਨਖਾਹੀਆ ਘੋਸ਼ਿਤ ਕੀਤਾ ਜਾਏ। ਤੇ ਆਰਪੀ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ। ਆਰਪੀ ਸਿੰਘ ਜੋ SFJ ਮੁਖੀ ਹੈ ਗੁਰਪਤਵੰਤ ਪੰਨੂ, ਉਸ ਦੇ ਖਿਲਾਫ ਭੜਕੇ ਨੇ, ਬੋਲੇ ਨੇ ਕਿ ਜੋ ਬੀਜੇਪੀ ਆਰਪੀ ਸਿੰਘ ਨੇ ਕਿਹਾ ਹੈ ਕਿ ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਹੈ ਕਿ ਜਥੇਦਾਰ ਸਾਹਿਬ ਪੰਨੂ ਖਿਲਾਫ ਹੁਕਮਨਾਮਾ ਕਦੋਂ ਜਾਰੀ ਕਰੋਗੇ। ਪੰਨੂ ਖਾਲਿਸਤਾਨ ਦਾ ਨਾਂ ਸਿੱਖਾਂ ਨਾਲ ਜੋੜ ਕੇ ਸਿੱਖੀ ਨੂੰ ਬਦਨਾਮ ਕਰੇ। ਕਾਬਲੇ ਗੌਰ ਹੈ ਕਿ SFJ ਦਾ ਪ੍ਰਧਾਨ ਹੈ ਗੁਰਪਤਵੰਤ ਸਿੰਘ ਪੰਨੂ, ਜਿੱਥੇ ਕਿ ਨੌਜਵਾਨਾਂ ਨੂੰ ਵਰਗਲਾਉਣ ਦਾ ਕੰਮ ਇਸ ਦੇ ਵੱਲੋਂ ਕੀਤਾ ਜਾਂਦਾ ਹੈ, ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਇਸ ਦੇ ਵੱਲੋਂ ਕੀਤਾ ਜਾਂਦਾ। ਇਸ ਦੇ ਵਿਚਾਲੇ ਜੇ ਅਸੀਂ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਤੇ ਵੱਖ-ਵੱਖ ਥਾਵਾਂ ਤੇ ਮੈਟਰੋ ਸਟੇਸ਼ਨਸ ਤੇ ਜੋ ਇਮਾਰਤਾਂ ਨੇ ਉਸ ਤੋਂ ਬਾਹਰ ਜੋ ਖਾਲਿਸਤਾਨੀ ਪੱਖੀ ਨਾਰੇ ਇਸ ਦੇ ਵੱਲੋਂ ਲਗਵਾਏ ਜਾਂਦੇ ਨੇ। ਹਾਲ ਹੀ 'ਚ ਇਸ ਦੇ ਵੱਲੋਂ ਇੱਕ ਸਟੇਟਮੈਂਟ ਦਿੱਤੀ ਗਈ ਸੀ ਕਿ ਜਿੰਨੇ ਵੀ ਕੈਨੇਡੀਅਨ ਹਿੰਦੂ ਜੋ ਕੈਨੇਡਾ 'ਚ ਰਹਿੰਦੇ ਨੇ ਉਹ ਭਾਰਤ ਚਲੇ ਜਾਣ, ਜਿਸ ਦਾ ਕਿ ਵਿਰੋਧ ਵੀ ਵੱਡੇ ਪੱਧਰ ਤੇ ਵੇਖਣ ਨੂੰ ਮਿਲਿਆ ਸੀਗਾ। ਜੋ ਹਿੰਦੂ ਫੋਰਮ ਦੇ ਵੱਲੋਂ ਕੈਨੇਡਾ ਦੇ PM ਜਸਟਿਨ ਟਰੂਡੋ ਨੂੰ ਪੱਤਰ ਵੀ ਲਿਖਿਆ ਗਿਆ ਸੀਗਾ ਕਿ ਜੋ ਬੈਨ ਕੀਤਾ ਜਾਏ SFJ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੂੰ। ਹੁਣ ਬੀਜੇਪੀ ਆਗੂ ਆਰਪੀ ਸਿੰਘ ਦੇ ਵੱਲੋਂ ਵੱਡੇ ਸਵਾਲ ਪੁੱਛੇ ਗਏ ਨੇ। ਜਥੇਦਾਰ ਸਾਹਿਬ ਨੂੰ ਸਵਾਲ ਕੀਤਾ ਗਿਆ ਹੈ ਕਿ ਜਥੇਦਾਰ ਸਾਹਿਬ ਪੰਨੂ ਖਿਲਾਫ ਹੁਕਮਨਾਮਾ ਕਦੋਂ ਜਾਰੀ ਕਰੋਗੇ। ਪੰਨੂ ਖਾਲਿਸਤਾਨ ਦਾ ਨਾਮ ਸਿੱਖਾਂ ਨਾਲ ਜੋੜ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਹੈ। ਪੰਨੂ ਖਾਲਿਸਤਾਨੀ ਦੇ ਨਾਂ ਤੇ ਸਮਾਜ ਜ਼ਹਿਰ ਘੋਲ ਰਿਹਾ ਹੈ। 80 ਤੇ 90 ਦੇ ਦਹਾਕਿਆਂ 'ਚ 35,000 ਸਿੱਖਾਂ ਦੀ ਜਾਨਾਂ ਅਸੀਂ ਗੁਆ ਚੁੱਕੇ ਹਾਂ। ਪੰਨੂ ਦੀ ਸਨਕ ਕਾਰਨ ਅਸੀਂ ਮੁੜ ਤੋਂ ਦੁੱਖ ਨਹੀਂ ਭੋਗਣਾ ਚਾਹੁੰਦੇ। US ਵਿਦੇਸ਼ ਮੰਤਰੀ S ਜयशंकर ने ट्रूडो ਤੇ ਹਮਲਾ ਬੋਲਿਆ ਹੈ, ਸ਼ਬਦੀ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਕੈਨੇਡਾ 'ਚ ਹਿੰਸਾ ਦਾ ਮਾਹੌਲ ਹੈ। ਕੈਨੇਡਾ 'ਚ ਸਥਿਤ ਸਾਡੇ ਮਿਸ਼ਨਾਂ ਤੇ ਸੁੱਟੇ ਜਾ ਰਹੇ ਨੇ ਧੂਏ ਵਾਲੇ ਬੰਬ। ਭਾਰਤੀ ਦੂਤਾਵਾਸ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਹੈ S ਜयशंकर ਨੇ। ਉਹਨਾਂ ਨੇ ਕਿਹਾ ਕਿ ਸਾਡੇ ਡਿਪਲੋਮੈਟਸ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ਸਾਡੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੈਨੇਡੀਅਨ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਵਿਦੇਸ਼ ਮੰਤਰੀ S ਜयशंकर ਨੇ ਸਵਾਲ ਪੁੱਛਿਆ ਕੈਨੇਡਾ ਤੋਂ ਕਿ ਜੇ ਅਜਿਹਾ ਕਿਸੇ ਹੋਰ ਦੇਸ਼ ਨਾਲ ਹੁੰਦਾ ਤਾਂ ਉਹਨਾਂ ਦੀ ਕੀ ਪ੍ਰਤੀਕਿਰਿਆ ਰਹਿੰਦੀ। ਅਜਿਹਾ ਮਾਹੌਲ ਭਾਰਤ 'ਚ ਨਹੀਂ ਹੈ। ਵਿਆਨਾ ਕਨਵੈਨਸ਼ਨ ਤਹਿਤ ਦੂਤਾਵਾਸ ਤੇ ਉੱਥੇ ਕੰਮ ਕਰਨ ਵਾਲੇ ਸਟਾਫ ਨੂੰ ਸੁਰੱਖਿਆ ਪ੍ਰਦਾਨ ਕਰਨਾ ਹਰ ਦੇਸ਼ ਦੀ ਜ਼ਿੰਮੇਵਾਰੀ ਹੈ। देखिए जो एक तो जो सिख कम्युनिटी जो है, अगर उनके आप ही खुद जानते हैं कि पिछले 10 साल में उनके जो मुद्दे जो हैं उनके विषय आप जानते हैं कि पहले वो ब्लैक लिस्ट की चर्चा होती थी
और बहुत सारे लोग थे जिनको लगता था कि वो खुद अपने देश जा नहीं पा रहे। अब उनके इतने सारे मुद्दे जो हैं, कुछ जो हैं कौम के मुद्दे हैं, कुछ व्यक्तिगत मुद्दे हैं, तो उन पे मोदी सरकार ने जितना समय बिताया है, जितना ध्यान दिया है, जितना उसके जो अलग अलग सुझाव निकाले हैं, आप भी जानते हैं, मैं भी जानता हूँ। अब जो हुआ है और अभी जो चर्चा जो हो रही है, ये जो है मैं नहीं मानता कि एक किस्म से पूरे कम्युनिटी के रिप्रेजेंटेटिव इश्यूज हैं। ये जो अभी जो आतंकवाद की बात करते हैं, जो अलगावादी लोग जो हैं, जो हिंसा माने जिनके तर्कों में ये हिंसा की बात आती है, तो मुझे लगता है कि ये बहुत एक माने छोटी सी माइनॉरिटी है और उनके लिए जो है, जो हमारी सरकार, जो यहाँ की सरकार, कनाडा की सरकार, उनको माने एक किस्म से निष्पक्ष तरीके से देखना चाहिए और जो उनका जो रिस्पांस होगा वो होगा। तो आप इसको नहीं लीजिए कि ये कहीं एक पूरे कम्युनिटी का विषय, वो उसको माने गलत तरीके से एक किस्म से आप पेश कर रहे हैं। The issue is as follows, which is that the Canadians have made some allegations. We have pointed out to them that this is not Government of India's policy, but if they are prepared to share with us specifics and anything relevant, we are also open to looking at it. So in that sense, that's where the matter stands. But what we do not want to see is an incident treated in isolation, because then that somewhere does not convey the right picture. The fact is that we have had an ongoing problem with Canada and the Canadian government for some years now. And the ongoing problem really revolves around the permissiveness in regard to terrorism, extremism and violence. And this permissiveness is also reflected in the fact that some important extradition requests have not been responded to from their side, in the fact that there are individuals and organizations who are clearly involved with violence and illegal activities in India, who themselves declared it. I mean, it is not a secret. And that they continue to carry on with their activities in Canada. And most important, the fact that our diplomatic missions and our diplomatic personnel have been consistently and continuously intimidated in Canada, to a point where today it is not safe for them. It has prompted Canada to approach this issue in that manner. That's not, how can I sort of analyze it and attribute reasons for it. It's something they know why they've done it. Our point is this, that there is today a climate of violence, an atmosphere of intimidation, activities. I mean, just think about it. We've had, smoke bombs thrown at the mission. We've had our consulates, sort of violence in front of them. Individuals have been targeted and intimidated. There are posters put up about people. So tell me, do you consider this normal? I mean, for a moment, okay, this is about us. If this had happened to any other country, how would they react to it? I think it's a reasonable question to ask. Let's not normalize what is happening in Canada. What is happening in Canada, had it happened anywhere else, do you think the world would have taken it with equanimity? If it had happened to any other country, would they have taken it, so calmly? So I think, it's necessary to
to call out what is happening there. And our point is this: look, I mean, there may be an individual incident. Yes, if there is an incident and there is an investigation and there are allegations, there are processes involved in it. I mean, nobody is disputing that. Our issue is to somehow say that what else is happening is par for the course. That it's quite okay for freedom, because there's freedom of speech, to make threats and intimidate diplomats. I don't think that's acceptable.